ਪੰਜਾਬ ਦੇ ਵਿੱਚ 25 ਸਾਲ ਬਾਅਦ ਕਾਲਜਾਂ ਦੇ ਲੈਕਚਰਾਰਾਂ ਦੀਆਂ ਪੋਸਟਾਂ ਨਿਕਲੀਆਂ ਸੀ, ਪਰ ਉਹ ਵਿਵਾਦਾਂ ਵਿੱਚ ਰਹੀਆਂ। ਆਖਿਰ ਮਾਮਲਾ ਪਹੁੰਚਿਆ ਹਾਈ ਕੋਰਟ ਵਿੱਚ। ਹਾਈ ਕੋਰਟ ਨੇ ਉਹ ਭਰਤੀ ਹੀ ਰੱਦ ਕਰ ਦਿੱਤੀ ਹੈ। ਸਾਡੇ ਨਾਲ ਨੇ ਵਕੀਲ ਚਰਨਜੀਤ ਸ਼ਰਮਾ, ਜੋ ਪਟੀਸ਼ਨਰ ਕਰਤਾਵਾਂ ਦੇ ਵਕੀਲ ਨੇ। ਇਹਨਾਂ ਦਾ ਇਹ ਮੰਨਣਾ ਹੈ ਕਿ ਜਿਹੜੀ ਭਰਤੀ ਕੀਤੀ ਗਈ ਸੀ ਉਹਦੇ ਵਿੱਚ ਵੱਡੀਆਂ ਊਣਤਾਈਆਂ ਸਨ। ਗੱਲ ਕਰਦੇ ਹਾਂ ਕਿ ਹਾਈ ਕੋਰਟ ਨੂੰ ਕਿਉਂ ਡਿਸੀਜਨ ਲੈਣਾ ਪਿਆ ਕਿ ਪੂਰੀ ਭਰਤੀ ਹੀ ਰੱਦ ਕਰਨੀ ਪਈ। ਸ਼ਰਮਾ ਜੀ, ਸਵਾਗਤ ਹੈ ਤੁਹਾਡਾ। ਧੰਨਵਾਦ ਖੋਖਰ ਸਾਹਿਬ। ਮੈਂ ਸਰੋਤਿਆਂ ਨੂੰ ਵੀ ਨਮਸਕਾਰ ਕਰਦਾ ਹਾਂ, ਸਤਿ ਸ੍ਰੀ ਅਕਾਲ ਬੁਲਾਉਂਦਾ। ਸਵਾਲ ਇਹ ਹੈ ਕਿ 25 ਸਾਲ ਬਾਅਦ ਭਰਤੀ ਹੋਈ, ਬੜੇ ਖੁਸ਼ ਹੋਏ ਲੋਕ। ਪਹਿਲਾਂ ਪੂਰਾਂ ਦੇ ਪੂਰ ਬੇਰੁਜ਼ਗਾਰ ਰਹਿ ਗਏ, ਚਾਹ ਸੀ ਬਹੁਤ ਸਾਰੇ ਨੌਜਵਾਨਾਂ ਨੂੰ। ਇਹ ਭਰਤੀ ਜਿਹੜੀ ਰੱਦ ਕਿਉਂ ਹੋਈ ਹੈ, ਕਾਰਨ ਕੀ ਨਜ਼ਰ ਆ ਰਹੇ ਨੇ ਤੁਹਾਨੂੰ? ਖੋਖਰ ਸਾਹਿਬ, ਐਡਵਰਟਾਈਜ਼ਮੈਂਟ ਜਿਹੜੀ ਸੀ ਇਹਨਾਂ ਪੋਸਟਾਂ ਲਈ ਹੋਈ, ਪੰਜਾਬ ਗੌਰਮੈਂਟ ਨੇ ਕੀਤੀ ਸੀ, ਉਹਨੂੰ ਪੜ੍ਹ ਕੇ ਇੰਝ ਲੱਗਦਾ ਜਿਵੇਂ ਕਿਸੇ ਅਨਪੜ੍ਹ ਬੰਦੇ ਨੇ ਡਰਾਫਟ ਕੀਤੀ ਹੋਵੇ। ਉਹਨੂੰ ਦੇਖ ਕੇ ਇਸ ਤਰ੍ਹਾਂ ਜਿਵੇਂ ਕਿ ਬੜੇ ਭੱਦੀ ਸ਼ਬਦਾਵਲੀ ਵਰਤੀ ਹੋਈ ਹੈ ਜਿਹੜੇ ਕੁਝ ਕੈਟੇਗਰੀਜ਼ ਨੇ ਉਹਨਾਂ ਲਈ। ਇਸ ਕਰਕੇ ਕੋਈ ਇਸ ਤਰ੍ਹਾਂ ਲੱਗਦਾ ਨਹੀਂ ਗਾ ਕਿ ਕਿਸੇ ਜਿਹੜੇ ਪ੍ਰੋਫੈਸ਼ਨਲ ਬੰਦਿਆਂ ਨੇ ਇਹਨੂੰ ਡਰਾਫਟ ਕੀਤਾ ਹੋਵੇ। ਬਸ ਜੱਕੋ ਤੱਕੋ ਜੀ ਦੇ ਵਿੱਚ ਜਾਂ ਦੂਸਰਾ ਇੱਕ ਅਨਪੜ੍ਹ ਲੋਕਾਂ ਵੱਲੋਂ ਹੀ ਇਹ ਡਰਾਫਟ ਕੀਤੀ ਗਈ ਲੱਗਦੀ ਹੈ। ਅਤੇ ਉਸ ਤੋਂ ਅੱਗੇ ਵੀ ਜੋ ਖਾਨਾ ਪੂਰਤੀ ਇਹਨਾਂ ਨੇ ਕੀਤੀ ਹੈ, ਸਿਲੈਕਸ਼ਨ ਪ੍ਰੋਸੈਸ ਆਮ ਤੌਰ 'ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪੂਰਾ ਕਰਨਾ ਹੁੰਦਾ ਹੈ। ਪਤਾ ਨਹੀਂ ਕੀ ਕਾਰਨ ਸੀਗੇ ਕਿ ਇਹਨਾਂ ਨੇ ਵਿਦਡਰਾਅ ਕਰ ਲਿਆ। ਉਹਨਾਂ ਦੇ ਕੋਲੋਂ ਰਿਕਰੂਟਮੈਂਟ ਸੀ ਜਿਹੜੀਆਂ ਕਮੇਟੀ ਕੌਂਸਟੀਟਿਊਟ ਕਰ ਦਿੱਤੀ, ਉਹਨਾਂ ਨੇ ਕੀਤੀ। ਗੁਰੂ ਨਾਨਕ ਦੇ ਪੰਜਾਬੀ ਯੂਨੀਵਰਸਿਟੀ ਨੂੰ ਇਹਨਾਂ ਆਥੋਰਾਈਜ਼ ਕਰ ਦਿੱਤਾ ਸੀਗਾ, ਕੋਈ ਜੋ ਕਮੇਟੀ ਸੀਗੀ ਸਿਲੈਕਸ਼ਨ ਕਮੇਟੀ, ਉਹਨਾਂ ਨੇ ਕੀਤੀਆਂ ਸਾਰੀਆਂ ਸਿਲੈਕਸ਼ਨ ਪ੍ਰੋਸੈਸ ਨੂੰ ਕੰਪਲੀਟ ਕੀਤਾ। ਅਤੇ ਉਹਦੇ ਵਿੱਚ ਮੈਂ ਇਹ ਮੰਨਦਾ ਕਿ ਜਿਹੜੇ ਪ੍ਰੋਫੈਸਰ ਨੇ ਉਹ ਪੜ੍ਹਾਉਣ ਲਈ ਬਣੇ ਹੁੰਦੇ ਆ, ਸਿਲੈਕਸ਼ਨਸ ਕਰਨ ਲਈ ਨਹੀਂ ਬਣੇ ਹੁੰਦੇ। ਅਤੇ ਕੋਈ ਜ਼ਿਆਦਾ ਵਧੀਆ ਤਰੀਕੇ ਨਾਲ ਉਹ ਪ੍ਰਕਿਰਿਆ ਨੂੰ ਸਿਰੇ ਨਹੀਂ ਚਾੜ੍ਹ ਸਕੇ। ਆਪਣੇ ਕਹਿੰਦੇ ਰੂਲ ਬਣਾਏ ਗਏ, ਜਿਹੜੀਆਂ ਗਾਈਡਲਾਈਨਾਂ ਸਰਕਾਰ ਦੀਆਂ ਜਾਂ ਐਕਟ ਬਣੇ ਹੋਏ ਨੇ, ਉਹਨਾਂ ਨੂੰ ਵੀ ਅਣਡਿੱਠਾ ਕੀਤਾ ਗਿਆ। ਬਿਲਕੁਲ ਜੀ, ਇਵੇਂ ਫਿਜ਼ੀਕਲੀ ਹੈਂਡੀਕੈਪਡ ਸਟੂਡੈਂਟਸ ਨੇ ਜਿਹੜੇ, ਉਹਨਾਂ ਦੇ ਕੈਟੇਗਰੀ ਦੇ ਵਿੱਚ ਮੈਂ ਦੇਖਿਆ ਹੈ ਕਿ 100% ਹੀ ਰਿਜ਼ਰਵੇਸ਼ਨ ਫਾਰ ਫੀਮੇਲਸ। ਜਿਵੇਂ ਇੰਗਲਿਸ਼ ਕੈਟੇਗਰੀ ਦੇ ਜਿਹੜੇ ਸਬਜੈਕਟ ਸੀ, ਇੰਗਲਿਸ਼ ਕੈਟੇਗਰੀ ਨਾਲ ਜਿਹੜੇ ਸੰਬੰਧਿਤ ਸੀਗੇ ਸਟੂਡੈਂਟਸ, ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਕੁਝ ਹੋਇਆ। 6 ਸੀਟਾਂ ਸੀਗੀਆਂ ਫਿਜ਼ੀਕਲੀ ਹੈਂਡੀਕੈਪਡ ਕੈਟੇਗਰੀ ਦੀਆਂ, ਇੰਗਲਿਸ਼ ਲੈਕਚਰਰਸ ਦੀਆਂ ਪੋਸਟ ਲਈ, ਅਸਿਸਟੈਂਟ ਪ੍ਰੋਫੈਸਰ ਦੀਆਂ। ਉਹਦੇ ਵਿੱਚੋਂ 2 ਤਾਂ ਇਹਨਾਂ ਨੇ ਸਿਲੈਕਟ ਕਰ ਲਏ, ਕਿਉਂਕਿ ਉਹ ਕੇਸ ਦੇ ਮੈਨੂੰ ਪਰਸਨਲ ਐਕਸਪੀਰੀਅੰਸ ਹੈਗਾ, ਤਦ ਕਰਕੇ ਥੋੜ੍ਹਾ ਜਿਹਾ ਮੈਨੂੰ ਜ਼ਿਆਦਾ ਪਤਾ ਉਸ ਦੇ ਬਾਰੇ 'ਚ, ਕਿ 2 ਸਟੂਡੈਂਟਸ ਸੀ ਜਿਹੜੇ ਉਹਨਾਂ ਦੇ ਨਾਲ ਸਿਲੈਕਟ ਕਰ ਲਿਆ ਕੈਂਡੀਡੇਟਸ ਨੂੰ। ਜਿਹੜੇ ਉਸ ਕੈਟੇਗਰੀ ਦੇ ਵਿੱਚ ਟੌਪਰ ਸੀਗੇ ਉਹਨਾਂ ਨੂੰ ਸਿਲੈਕਟ ਨਹੀਂ ਕੀਤਾ। ਅਤੇ ਉਹ ਇਸ ਤਰ੍ਹਾਂ ਕਰਕੇ ਇਹ ਥੋੜ੍ਹਾ ਜਿਹੀਆਂ ਦਾਗੀ ਹੀ ਨੇ ਜੋ ਵੀ ਸਿਲੈਕਸ਼ਨਸ ਹੋਈਆਂ ਨੇ। ਜਿਹੜੀ ਅੰਗਹੀਣ ਕੈਟਾਗਰੀ ਵਾਲੀ ਆ, ਉਹਦੇ ਵਿੱਚ ਮੈਨੂੰ ਲੱਗਦਾ ਕਿ 6 ਦੇ 6 ਲੜਕੀਆਂ ਕਰਨੀ ਚਾਹੁੰਦੀ ਸੀ ਇਹ ਭਰਤੀ। ਇਹ ਆਪਦੇ ਤਰੀਕੇ ਨਾਲ ਕਰਨਾ ਚਾਹੁੰਦੇ ਸੀ, ਜਦ ਕਿ 100% ਜਿਹੜੀ ਰਿਜ਼ਰਵੇਸ਼ਨ ਆ ਉਹ ਅਗੇਂਸਟ ਦੀ ਬੇਸਿਕ ਸਟਰਕਚਰ ਆਫ ਦੀ ਕੌਨਸਟੀਟਿਊਸ਼ਨ ਆ, ਉਹ ਅਨਕੌਨਸਟੀਟਿਊਸ਼ਨਲ ਚੀਜ਼ ਆ। ਪਰ ਇਹ ਪਤਾ ਨਹੀਂ ਕਿਸ ਤਰ੍ਹਾਂ ਦੇ ਸਿਲੈਕਟਰ ਸੀਗੇ ਜੋ ਸਿਲੈਕਸ਼ਨ ਕਮੇਟੀ ਦੇ ਵਿੱਚ ਸੀਗੇ, ਕਿ ਉਹਨਾਂ ਨੇ ਆਪਦੇ ਤਰੀਕੇ ਨਾਲ ਹੀ ਲਾਅ ਨੂੰ ਇੰਟਰਪ੍ਰੈਟ ਕੀਤਾ ਹੈ ਅਤੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਕਿ ਮੰਦਭਾਗੀ ਗੱਲ ਹੈ। ਇਹਨਾਂ ਨੂੰ ਬਿਲਕੁਲ ਜੋ ਉਹਦੇ ਟਰੂ ਸਪਿਰਿਟ ਦੇ ਵਿੱਚ ਲਾਅ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਸੀਗਾ, ਅਤੇ ਉਹਦੇ ਵਿੱਚ ਇਹ ਫੇਲ ਹੋਏ ਨੇ। ਬਹੁਤ ਸਾਰੇ ਜਿਹੜੇ ਜੁਆਇਨ ਵੀ ਕਰ ਗਏ ਸੀਗੇ, ਜਿਹੜੇ ਅਸਿਸਟੈਂਟ ਲੈਕਚਰਰ ਨੇ, ਕਈ ਸਰਕਾਰੀ ਨੌਕਰੀਆਂ ਛੱਡ ਕੇ ਇੱਧਰ ਆ ਗਏ ਸੀ ਕਿਉਂਕਿ ਸਕੇਲ ਵਧੀਆ ਸੀ, ਟੌਰ ਵਾਲੀ ਨੌਕਰੀ ਆ। ਉਹਨਾਂ ਦਾ ਜਿਹੜਾ ਭਵਿੱਖ ਖਰਾਬ ਹੋਇਆ, ਉਹਦੇ ਬਾਰੇ ਫਿਰ ਸਰਕਾਰ ਨੂੰ ਹੁਣ ਵਾਕਈ ਜਲਦੀ ਸੋਚਣਾ ਚਾਹੀਦਾ ਕਿ ਇਹ ਜਲਦੀ ਭਰਤੀ ਫਿਰ ਤੋਂ ਕੀਤੀ ਜਾਵੇ। ਇਹ ਗੱਲ ਤੁਹਾਡੀ ਬਿਲਕੁਲ ਵਾਜਬ ਆ ਕਿ ਕੁਝ ਸਟੂਡੈਂਟ ਇਸ ਤਰ੍ਹਾਂ ਜਿਹੜੇ ਕੈਂਡੀਡੇਟ ਸੀਗੇ ਜਿਨ੍ਹਾਂ ਨੇ ਪਹਿਲੇ ਨੌਕਰੀਆਂ ਛੱਡ ਦਿੱਤੀਆਂ, ਇੱਥੇ ਜੁਆਇਨ ਵੀ ਕਰ ਗਏ, ਅੱਗੇ ਇਹਨਾਂ ਜੌਬ 'ਤੇ ਜਾਣ ਵੀ ਲੱਗ ਪਏ ਹੋਣਗੇ ਸ਼ਾਇਦ। ਪਰ ਉਹਨਾਂ ਕੈਂਡੀਡੇਟਸ ਦੇ ਜਿਹੜੀ ਸਿਲੈਕਸ਼ਨ ਸੀਗੀ, ਉਹਨੂੰ ਐਵੇਂ ਹਾਈ ਕੋਰਟ ਨੇ ਅੱਖਾਂ ਬੰਦ ਕਰਕੇ ਨਹੀਂ ਕੁਐਸ਼ ਕਰ ਦਿੱਤਾ ਹੋਣਾ, ਸੈਟੀਸਫਾਈਡ ਕਰ ਦਿੱਤਾ ਹੋਣਾ। ਉਹਨਾਂ ਦੇ ਸੈਗਰੀਗੇਸ਼ਨ ਪੋਸੀਬਲ ਨਹੀਂ ਹੋਣੀ, ਕਿਉਂਕਿ ਉਹਨਾਂ ਨਹੀਂ ਤਾਂ ਜੇ ਉਹਨਾਂ ਦੀ ਬਿਲਕੁਲ ਔਨ ਮੈਰਿਟ ਹੁੰਦੀ, ਜੇ ਉਹਨੂੰ ਸੈਗਰੀਗੇਟ ਕਰ ਸਕਦੇ ਹੁੰਦੇ ਕਿ ਜਿਹੜੀਆਂ ਗਲਤ ਸਿਲੈਕਸ਼ਨਸ ਹੋਈਆਂ ਨੇ ਅਤੇ ਇਹਨਾਂ ਦੇ ਨਾਲੋਂ ਕਿ ਜਿਹੜੀਆਂ ਸਹੀ ਸਿਲੈਕਸ਼ਨਸ ਹੋਈਆਂ ਸੀ, ਤਾਂ ਹਾਈ ਕੋਰਟ ਨੇ ਕਰ ਦੇਣਾ ਸੀਗਾ। ਉਹ ਜੋ ਮੈਨੂੰ ਲੱਗਦਾ ਉਹ ਜੱਜਮੈਂਟ ਤੋਂ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਹਾਈ ਕੋਰਟ ਨੇ ਡੀਲ ਕੀਤਾ ਉਸ ਚੀਜ਼ ਦੇ ਨਾਲ, ਕਿਉਂਕਿ ਜੱਜ ਸਾਹਿਬਾਨ ਨੇ ਸਾਰਾ ਜੋ ਔਨ ਰਿਕਾਰਡ ਹੋਏਗਾ ਐਵੀਡੈਂਸ, ਉਹਨਾਂ ਦੇ ਕੋਲ ਜੋ ਦੂਸਰਾ ਸੀਗੀਆਂ ਰੂਲਸ ਐਂਡ ਰੈਗੂਲੇਸ਼ਨਸ ਨੇ, ਉਹਨਾਂ ਦੇ ਅਕੋਰਡਿੰਗਲੀ ਦੇਖਿਆ ਹੋਣਾ। ਅਤੇ ਮੈਨੂੰ ਲੱਗਦਾ ਜੋ ਕਿ ਉਹਨਾਂ ਨੂੰ ਸੈਗਰੀਗੇਟ ਨਹੀਂ ਕਰ ਸਕੇ ਹੋਣੇ, ਵੱਖਰੇ ਨਹੀਂ ਕਰ ਸਕੇ ਹੋਣੇ, ਤਦ ਕਰਕੇ ਸਾਰੀਆਂ ਸਿਲੈਕਸ਼ਨਸ ਹੋ ਗਈਆਂ ਨੇ। ਅਕਸਰ ਸਰਕਾਰੀ ਧਿਰ ਦੇ ਜਿਹੜੇ ਵਕੀਲ ਹੁੰਦੇ ਆ, ਉਹਨਾਂ ਨੇ ਉਹ ਨਿਯੁਕਤੀਆਂ ਨੂੰ ਸਹੀ ਠਹਿਰਾਇਆ ਸੀਗਾ, ਜਾਂ ਫਿਰ ਉਹਨਾਂ ਨੇ ਕੁਛ ਗੱਲਾਂ ਮੰਨੀਆਂ ਨੇ, ਊਣਤਾਈਆਂ ਨੇ, ਤਾਂ ਕਰਕੇ ਹਾਈ ਕੋਰਟ ਨੂੰ ਰੱਦ ਕਰਨੀ ਪਈ ਭਰਤੀ ਪੂਰੀ ਦੀ ਪੂਰੀ? ਨਹੀਂ, ਉਹਨਾਂ ਤਾਂ ਜਿਹੜੇ ਪਟੀਸ਼ਨਰ ਸਾਈਡ ਦੇ ਵਕੀਲ ਸੀਗੇ, ਉਹਨਾਂ ਨੇ ਜੋ ਉਸ ਦੇ ਵਿੱਚ ਤਰੁੱਟੀਆਂ ਸੀਗੀਆਂ ਉਹਨਾਂ ਨੂੰ ਪੁਆਇੰਟ ਆਊਟ ਕਰਨਾ ਫਰਜ਼ ਬਣਦਾ ਹੁੰਦਾ। ਅਤੇ
ਉਹਨਾਂ ਦਾ ਭਾਵੇਂ ਗਲਤ ਸੀ ਜਾਂ ਸਹੀ ਸੀਗੀਆਂ ਸਿਲੈਕਸ਼ਨ ਜੋ ਸਰਕਾਰ ਨੇ ਕੀਤੀਆਂ ਸੀ, ਉਹਨਾਂ ਦਾ ਜ਼ਿਆਦਾ ਕੋਸ਼ਿਸ਼ ਉਹਨਾਂ ਨੂੰ ਡਿਫੈਂਡ ਕਰਨ ਦੀ ਕੀਤੀ ਸੀਗੀ। ਪਰ ਹੁਣ ਹਾਈ ਕੋਰਟ ਨੇ ਦੋਨੋਂ ਧਿਰਾਂ ਨੂੰ ਸੁਣ ਕੇ ਜੋ ਫੈਸਲਾ ਕੀਤਾ, ਉਹ ਪੂਰਾ ਜੋ ਐਵੀਡੈਂਸ ਹੈਗਾ ਸੀਗਾ, ਜੋ ਉਹਨਾਂ ਨੇ ਔਨ ਰਿਕਾਰਡ ਹੈਗੇ ਸੀਗੇ ਦਸਤਾਵੇਜ਼, ਉਹਨਾਂ ਦੇ ਅਕੋਰਡਿੰਗਲੀ ਕੀਤਾ ਹੋਏਗਾ ਤੇ ਉਸ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਹੋਣਾ। ਜੱਜ ਸਾਹਿਬ ਨੇ 2 ਮਹੀਨੇ ਤੋਂ ਜ਼ਿਆਦਾ ਟਾਈਮ ਰਿਜ਼ਰਵੇਸ਼ਨ ਤੋਂ ਬਾਅਦ ਕੇਸ ਨੂੰ ਫਾਈਨਲ ਕਰਨ ਤੇ ਲਾਏ ਨੇ ਤੇ ਉਹਨਾਂ ਨੇ ਪੂਰਾ ਗੋ ਥਰੂ ਹੋਏ ਹੋਣਗੇ, ਹਰੇਕ ਕੇਸ ਨੂੰ ਔਨ ਮੈਰਿਟ ਦੇਖਿਆ ਹੋਣਾ ਉਹਨਾਂ ਨੇ। ਜਿਹੜੀ ਸਰਕਾਰ ਆ ਇਹਨੂੰ ਇੱਕ ਵੱਡੀ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਵੱਡੀ ਚੁਣੌਤੀ ਮਿਲ ਗਈ ਹੈ ਕਿ ਭਰਤੀਆਂ ਸਹੀ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਨੇ। ਇੱਕ ਕੁਐਸਚਨ ਚਿੰਨ੍ਹ ਵੀ ਲੱਗਿਆ, ਹੁਣ ਕੀ ਸਰਕਾਰ ਸੁਪਰੀਮ ਕੋਰਟ ਦਾ ਰੁਖ ਕਰ ਸਕਦੀ ਹੈ? ਕਿਉਂਕਿ ਇੱਕ ਰਾਹ ਖੁੱਲ੍ਹਾ ਹੈ ਸੁਪਰੀਮ ਕੋਰਟ ਜਾਣ ਵਾਸਤੇ। ਇੱਕ ਪਾਸੇ ਬਹੁਤ ਸਾਰੇ ਨੌਜਵਾਨਾਂ ਦਾ ਭਵਿੱਖ ਬਚਾਉਣ ਦੀ ਲੋੜ ਆ, ਦੂਜੇ ਪਾਸੇ ਜਿਨ੍ਹਾਂ ਨਾਲ ਧੱਕਾ ਹੋਇਆ, ਜਿਨ੍ਹਾਂ ਨੂੰ ਭਰਤੀ ਦੇ ਵਿੱਚ ਨਹੀਂ ਰੱਖਿਆ ਗਿਆ, ਨੌਕਰੀਆਂ ਨਹੀਂ ਦਿੱਤੀਆਂ ਗਈਆਂ, ਉਹ ਨੇ ਬੜੀ ਵੱਡੀ ਇੱਕ ਆਪਾਂ ਕਹਿ ਸਕਦੇ ਹਾਂ ਇੱਕ ਵਿਵਾਦ ਵੱਖਰੀ ਕਿਸਮ ਦਾ। ਉਹ ਵਿਵਾਦ ਹੱਲ ਕਰਨ ਵਾਸਤੇ ਸਰਕਾਰ ਨੂੰ ਕੀ ਕਰਨਾ ਚਾਹੀਦਾ? ਜੱਜਮੈਂਟ ਆਉਣ ਤੋਂ ਬਾਅਦ ਦੇ ਵਿੱਚ ਜੱਜਮੈਂਟ ਨੂੰ ਪੂਰੀ ਤਰ੍ਹਾਂ ਪੜ੍ਹ ਕੇ ਨਿਚੋੜ ਕੇ ਆਪਣੇ ਲੀਗਲ ਈਗਲਸ ਦੇ ਨਾਲ ਗੱਲ ਕਰਕੇ ਸਰਕਾਰ ਨੂੰ ਦੇਖਣਾ ਚਾਹੀਦਾ। ਪਹਿਲੇ 0 ਪਾਉਂਡ ਮੈਂ ਇਹ ਚਾਹਾਂਗਾ ਕਿ ਸਰਕਾਰ ਨੂੰ ਕਰਨਾ ਚਾਹੀਦਾ ਕਿ ਕਿਹੜੇ ਬੰਦੇ ਇਹਨਾਂ ਭਰਤੀ ਪ੍ਰਕਿਰਿਆ ਜਿਹੜੀ ਪ੍ਰਕਿਰਿਆ ਦੇ ਵਿੱਚ ਇਸ ਆਲ ਪ੍ਰੋਸੈਸ ਦੇ ਵਿੱਚ ਕਮੀਆਂ ਰਹਿ ਗਈਆਂ ਨੇ, ਉਹਦੇ ਲਈ ਜ਼ਿੰਮੇਵਾਰ ਸੀਗੇ, ਉਹਨਾਂ ਨੂੰ 0 ਪਾਉਂਡ ਕਰਕੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਉਹਨਾਂ ਨੂੰ। ਕਿਉਂਕਿ ਅੱਗੇ ਤੋਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹ ਦੂਸਰੇ ਜਿਹੜੇ ਅੱਗੇ ਸਿਲੈਕਸ਼ਨਸ ਹੋਣੀਆਂ, ਸਿਲੈਕਸ਼ਨ ਪ੍ਰੋਸੈਸ ਸ਼ੁਰੂ ਹੋਣਾ, ਉਹਦੇ ਵਿੱਚ ਵੀ ਅਫਸਰਾਂ ਨੂੰ ਵੀ ਕੰਨ ਹੋ ਜਾਣ, ਚਾਹੇ ਉਹ ਕਿਸੇ ਵੀ ਰੈਂਕ ਦੇ ਹਾਇਰ ਆਫੀਸਰਸ ਹੋਣ, ਬਿਊਰੋਕ੍ਰੈਟਿਕ ਸਰਕਲਸ ਤੋਂ ਹੋਣ ਜਾਂ ਅਕੈਡਮੀਸ਼ੀਅਨ ਹੋਣ, ਉਹਨਾਂ ਨੂੰ ਅਕਾਊਂਟੇਬਲ ਕਰਨਾ ਚਾਹੀਦਾ ਕਿ ਕਿਹੜੇ ਬੰਦਿਆਂ ਨੇ ਇੱਥੇ ਆਪ ਹੁਤਰੀਆਂ ਕੀਤੀਆਂ ਨੇ ਤੇ ਉਹਨਾਂ ਨੂੰ ਉਹਦੇ ਲਈ ਜਵਾਬਦੇਹੀ ਉਹਨਾਂ ਦੀ ਨਿਰਧਾਰਿਤ ਕਰਨੀ ਚਾਹੀਦੀ ਹੈ। ਜਿਹੜੀ ਪਿਛਲੀ ਸਰਕਾਰ ਨੇ ਕੀਤਾ ਉਹ ਪੀਪੀਐਸਸੀ ਨੂੰ ਵੀ ਇਗਨੋਰ ਕਰਤਾ, ਜਦ ਕਿ ਬਕਾਇਦਾ ਬੋਡੀ ਬਣੀ ਹੋਈ ਆ ਬਕਾਇਦਾ ਭਰਤੀ ਕਰਨ ਵਾਸਤੇ, ਜਿਨ੍ਹਾਂ ਦਾ ਕੰਮ ਹੀ ਇਹ ਆ, ਮੋਟੀਆਂ ਤਨਖਾਹਾਂ ਲੈਂਦੇ ਨੇ। ਹੁਣ ਮੌਜੂਦਾ ਸਰਕਾਰ ਨੂੰ ਚਾਹੀਦਾ ਕਿ ਪੀਪੀਐਸਸੀ ਰਾਹੀਂ ਇਹ ਭਰਤੀ ਕੀਤੀ ਜਾਵੇ। ਬਿਲਕੁਲ ਜੀ, ਪੀਪੀਐਸਸੀ ਹੀ ਅਪਰੋਪਰੀਏਟ ਬਾਡੀ ਆ ਜਿਹੜੀ ਇਹਨਾਂ ਸਿਲੈਕਸ਼ਨਸ ਨੂੰ ਕਰਨਾ, ਜਿਸ ਨੂੰ ਚਾਹੀਦਾ, ਜੋ ਕਰ ਸਕਦੀ ਹੈ। ਇਹ ਪਤਾ ਨਹੀਂ ਹੁਣ ਕਿੰਨਾ ਸਰਕਮਸਟੈਂਸਸ ਦੇ ਵਿੱਚ ਇਹਨਾਂ ਸਰਕਾਰ ਨੇ ਇਹੋ ਜਿਹਾ ਡਿਸੀਜਨ ਲਿਆ ਹੈ, ਲੀਡਰ ਸਾਹਿਬਾਨ ਨੇ ਜਾਂ ਅਫਸਰ ਸਾਹਿਬਾਨ ਨੇ ਆਪ ਹੁਦਰੀਆਂ ਕਰਨ ਲਈ ਲਿਆ ਹੈ। ਕਿਉਂਕਿ ਪੀਪੀਐਸਸੀ ਕੋਲ ਜਿਹੜਾ ਗਿਵਨ ਸੈਟਅਪ ਹੈ, ਉਹਦੇ ਵਿੱਚ ਦੂਸਰੇ ਇੱਕ ਉਹਨਾਂ ਕੋਲ ਪੈਰਾਫਰਨੇਲੀਆ ਜਿਹੜਾ ਉਹ ਇੱਕ ਦਿਨ ਦੇ ਵਿੱਚ ਨਹੀਂ ਐਸਟੈਬਲਿਸ਼ ਹੋ ਸਕਦਾ। ਇੰਨਾ ਹੋ ਸਕਦਾ ਕਿ ਉਹਦੇ ਵਿੱਚ ਕੋਈ, ਜੇ ਇਹਨਾਂ ਨੂੰ ਲੱਗਦਾ ਸੀਗਾ ਕਿ ਕੋਈ ਅਫਸਰ ਗਲਤ ਹੈ ਜਾਂ ਕਿਸੇ ਤਰ੍ਹਾਂ ਵੀ ਮੈਂਬਰਸ ਉਹਦੇ 'ਤੇ ਕਿਸੇ 'ਤੇ ਡਾਊਟ ਹੁੰਦਾ, ਉਸ ਨੂੰ ਰਿਮੂਵ ਕੀਤਾ ਜਾ ਸਕਦਾ ਸੀ ਜਾਂ ਉਸ ਤੋਂ ਕੋਈ ਇਸ ਤਰੀਕੇ ਨਾਲ ਪਾਵਰਸ ਵਿਦਡਰਾਅ ਕੀਤੀਆਂ ਜਾ ਸਕਦੀਆਂ ਸੀ। ਪਰ ਇਹ ਨਹੀਂ ਕਿ ਉਸ ਬਿਲਕੁਲ ਹੀ ਇਹਨਾਂ ਨੂੰ ਪਾਵਰਸ ਨੂੰ ਆਪਣਾ ਜੋ ਪੂਰਾ ਪ੍ਰੋਸੈਸ ਹੈ ਉਹੀ ਕਿਸੇ ਹੋਰ ਦੇ ਹੱਥਾਂ ਵਿੱਚ ਦੇ ਦਿੱਤਾ। ਇਸ ਕਰਕੇ ਮੈਂ ਚਾਹੁੰਦਾ ਕਿ ਸਰਕਾਰ ਨੂੰ ਚਾਹੀਦਾ, ਸੀਐਮ ਸਾਹਿਬ ਨੂੰ, ਕਿਉਂਕਿ ਅਜੇ 21st ਸੈਂਚੁਰੀ ਦੇ ਵਿੱਚ ਪਹਿਲੀ ਵਾਰ ਇਹ ਸਰਕਾਰੀ ਪੋਸਟਾਂ ਨਿਕਲੀਆਂ ਸੀ ਗਵਰਨਮੈਂਟ ਕਾਲਜਸ 'ਚ, ਤੇ ਬੜਾ ਜਿਹੜੇ ਸਟੂਡੈਂਟ ਸਿਲੈਕਟ ਵੀ ਹੋ ਗਏ। ਕਈ ਜ਼ਰੂਰੀ ਨਹੀਂ ਕਿ ਸਾਰੇ ਹੀ ਗਲਤ ਸਿਲੈਕਟ ਹੋਏ ਹੋਣ, ਕੁਝ ਸਹੀ ਵੀ ਜਿਹੜੇ ਹੋ ਗਏ, ਜਿਸ ਤਰ੍ਹਾਂ ਤੁਸੀਂ ਪੁਆਇੰਟ ਆਊਟ ਕੀਤਾ, ਕੁਝ ਜੁਆਇਨ ਵੀ ਕਰ ਚੁੱਕੇ ਸੀ, ਪੁਰਾਣੀਆਂ ਨੌਕਰੀਆਂ ਛੱਡ ਕੇ ਆਏ ਨੇ, ਉਹਨਾਂ ਦੇ ਨਾਲ ਧੱਕਾ ਹੋਇਆ। ਮੈਂ ਇਹ ਚਾਹਾਂਗਾ ਕਿ ਉਹਨਾਂ ਸਟੂਡੈਂਟਸ ਨੂੰ, ਉਸ ਤਰ੍ਹਾਂ ਦੇ ਕੈਂਡੀਡੇਟਸ ਨੂੰ ਸਰਕਾਰ ਦੇ ਅਗੇਂਸਟ ਕਲੇਮ ਵੀ ਕਰਨਾ ਚਾਹੀਦਾ, ਕੰਪਨਸੇਸ਼ਨ ਲਈ ਕਲੇਮ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੂੰ ਤਾਂ ਨੁਕਸਾਨ ਹੋਇਆ ਹੀ ਹੈ। ਤੇ ਇਸ ਕਰਕੇ ਜਿਹੜਾ ਸੀਐਮ ਸਾਹਿਬ ਨੇ ਜਾਂ ਦੂਸਰਾ ਜੋ ਵੀ ਪੰਜਾਬ ਗਵਰਨਮੈਂਟ ਹੈ, ਇਹਨਾਂ ਨੂੰ ਅਕਾਊਂਟੇਬਿਲਿਟੀ ਨਿਰਧਾਰਿਤ ਕਰਨੀ ਚਾਹੀਦੀ ਹੈ ਕਿ ਆਹ ਅਫਸਰ ਰਿਸਪੌਂਸੀਬਲ ਸੀ, ਅਸੀਂ ਇਹਨਾਂ ਨੂੰ ਆਹ ਸਜ਼ਾ ਦੇ ਰਹੇ ਹਾਂ। ਠੀਕ ਹੈ, ਸੋ ਇਹ ਸਾਨੂੰ ਐਡਵੋਕੇਟ ਚਰਨਜੀਤ ਸ਼ਰਮਾ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ 1154 ਜਿਹੜੀਆਂ ਪੋਸਟਾਂ ਨੇ ਸਰਕਾਰੀ ਕਾਲਜਾਂ ਦੇ ਲੈਕਚਰਾਰਾਂ ਦੀਆਂ, ਉਹ ਭਰਤੀ ਹੀ ਪੂਰੀ ਰੱਦ ਕਰ ਦਿੱਤੀ ਗਈ। ਅਸਲ ਦੇ ਵਿੱਚ ਪਿਛਲੀ ਜਿਹੜੀ ਕਾਂਗਰਸ ਸਰਕਾਰ ਸੀ, ਉਹਨਾਂ ਨੇ ਜਾਂਦੇ ਜਾਂਦੇ ਜਦੋਂ 1 ਸਾਲ ਰਹਿ ਗਿਆ, ਕਾਲਜਾਂ ਦੇ ਵਿੱਚ ਜਿਹੜੀ ਆ ਭਰਤੀ ਕਰਨ ਬਾਰੇ ਸੋਚਿਆ, ਫੈਸਲਾ ਵਧੀਆ ਸੀ, ਪਰ ਉਹ ਭਰਤੀ ਲਈ ਲਗਾ ਦਿੱਤੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਨਿਕੰਮੇ ਬੰਦੇ। ਨਿਕੰਮੇ ਬੰਦਿਆਂ ਨੇ ਗਲਤ ਭਰਤੀ ਕੀਤੀ, ਬਹੁਤ ਸਾਰਿਆਂ ਨੂੰ ਇਗਨੋਰ ਕੀਤਾ ਤੇ ਮਾਮਲਾ ਹਾਈ ਕੋਰਟ ਵਿੱਚ ਪਹੁੰਚਿਆ। ਹੁਣ ਹਾਈ ਕੋਰਟ ਨੇ ਜਿਹੜੀ ਪੂਰੀ ਭਰਤੀ ਰੱਦ ਕੀਤੀ ਆ। ਨਵੀਂ ਸਰਕਾਰ ਲਈ ਵੱਡਾ ਸਵਾਲ ਆ ਕਿ ਸਾਫ਼ ਸੁਥਰੇ ਢੰਗ ਨਾਲ ਕਿਸ ਤਰ੍ਹਾਂ ਕਾਲਜਾਂ ਦੇ ਲੈਕਚਰਾਰਾਂ ਦੀ ਭਰਤੀ ਕੀਤੀ ਜਾਵੇ, ਕਿਉਂਕਿ 25 ਸਾਲ ਹੋ ਗਏ ਨੇ, ਕੋਈ ਵੀ ਪੱਕਾ ਲੈਕਚਰਾਰ ਸਰਕਾਰ ਨੇ ਅਜੇ ਤੱਕ ਭਰਤੀ ਨਹੀਂ ਕੀਤਾ। ਸੋ ਵੱਡੇ ਸਵਾਲ ਨੇ ਨਵੀਂ ਸਰਕਾਰ 'ਤੇ ਵੀ, ਜਾਂ ਵੱਡੀਆਂ ਚੁਣੌਤੀਆਂ ਨੇ ਭਰਤੀ ਨੂੰ ਲੈ ਕੇ। ਦੇਖਦੇ ਹਾਂ ਇਹਨਾਂ ਚੁਣੌਤੀਆਂ ਦਾ ਹੱਲ ਕਿਸ ਤਰ੍ਹਾਂ ਕੀਤਾ ਜਾਏਗਾ। ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ,
ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 9643503221।